कई बार किसी देश की रियल पिक्चर ਉਹਦੇ ਹਾਈਵੇਜ਼ ਜਾਂ ਸਕਾਈ ਸਕੈਪਰਸ ਨਾਲ ਪਤਾ ਨਹੀਂ ਲੱਗਦੀ। ਉਹ ਪਤਾ ਲੱਗਦੀ ਹੈ ਉਸ ਦੇਸ਼ ਦੀ ਮਾਈਨੋਰਿਟੀ ਕਿੰਨੀ ਸੇਫ ਹੈ। ਔਰ ਅੱਜ ਅਸੀਂ ਗੱਲ ਕਰਾਂਗੇ ਪਾਕਿਸਤਾਨ ਦੇ ਉਸ ਸੈਂਸਿਟਿਵ ਇਸ਼ੂ ਦੀ ਜਿਸ ਨੂੰ ਕਈ ਸਾਲਾਂ ਤੋਂ ਹਿਊਮਨ ਰਾਈਟਸ ਗਰੁੱਪਸ, ਐਕਟਿਵਿਸਟ, ਜਰਨਲਿਸਟ ਅਤੇ ਪਾਕਿਸਤਾਨ ਦੇ ਆਪਣੇ ਕੁਝ ਸੀਨੀਅਰ ਲੀਡਰਸ ਵੀ ਰੇਜ਼ ਕਰਦੇ ਰਹੇ ਨੇ। ਮੈਂ ਹਾਂ ਰਵਿੰਦਰ ਸਿੰਘ ਰॉबिन। ਸਿੰਧ ਪ੍ਰੋਵਿੰਸ ਆਫ ਪਾਕਿਸਤਾਨ ਤੋਂ ਰਿਪੀਟਡਲੀ ਰਿਪੋਰਟਸ ਆਉਂਦੀਆਂ ਰਹੀਆਂ ਨੇ ਕਿ ਜਿੱਥੇ ਪਾਕਿਸਤਾਨ ਦੇ ਹਿੰਦੂ ਮਾਈਨਰ ਗਰਲਸ ਦੇ ਅਲੈਜਡ ਅਬਡਕਸ਼ਨ, ਫੋਰਸ ਕਨਵਰਜਨ ਔਰ ਫੋਰਸ ਮੈਰਿजेस ਦੀ ਐਕੁਜੀਸ਼ਨ ਸਾਹਮਣੇ ਆਉਂਦੀਆਂ ਰਹੀਆਂ ਨੇ। ਇਹ ਸਿਰਫ ਸੋਸ਼ਲ ਮੀਡੀਆ ਡਿਬੇਟ ਨਹੀਂ ਰਹੀ ਹੈ। ਇੰਟਰਨੈਸ਼ਨਲ ਹਿਊਮਨ ਰਾਈਟ ਆਰਗੇਨਾਈਜੇਸ਼ਨਸ ਵੀ ਇਸ ਇਸ਼ੂ 'ਤੇ ਕੰਸਰਨ ਜਤਾ ਚੁੱਕੀਆਂ ਨੇ। ਔਰ ਇੰਟਰਸਟਿੰਗ ਗੱਲ ਇਹ ਹੈ ਕਿ ਪਾਕਿस्तान ਦੇ ਫਾਰਮਰ ਪ੍ਰਾइम मिनिस्टर इमरान खान ने भी ओपनली किया सी कि फोर्स कन्वर्जन इस्लाम के प्रिंसिपल से इंगेज्ड है। तो मुझे तो ये भी इतना अफसोस होता है वो हिंदुओं से हम क्या कर रहे हैं सिंध के अंदर, जबरदस्ती उनकी लड़कियों को मुसलमान कर रहे हैं। पता नहीं कौन सा स्वाब मिल रहा है इनको। इन्हें नहीं पता कि कुरान के खिलाफ जा रहे हैं। ये जब जबरदस्ती किसी को मुसलमान कर लड़कियों को अफवाह करके ले जाते, वो छोड़ के जा रहे हैं वहाँ से हिंदुस्तान जा रहे हैं, हिंदू सिंध से। ਹੁਣ ਜਰਾ ਸੋਚੋ ਜਦੋਂ ਪਾਕਿਸਤਾਨ ਦਾ ਫਾਰਮਰ ਪ੍ਰਾइम मिनिस्टर ਆਪ ਇਸ ਕੰਸਰਨ ਨੂੰ ਐਕਨੋਲੇਜ ਕਰ ਰਿਹਾ ਹੋਵੇ ਤਾਂ ਇਸ਼ੂ ਨੂੰ ਸਿੰਪਲੀ ਪ੍ਰੋਪੇਗੈਂਡਾ ਕਹਿ ਕੇ ਡਿਸਮਿਸ ਕਰਨਾ ਕਿੰਨਾ ਔਖਾ ਹੋ ਜਾਂਦਾ ਹੈ। ਪੰਜਾਬੀ ਵਿੱਚ ਕਹਿੰਦੇ ਨੇ ਧੂਆਂ ਉੱਥੇ ਹੀ ਝੜਦਾ ਹੈ ਜਿੱਥੇ ਅੱਗ ਹੋਵੇ। ਇਸੇ ਤਰ੍ਹਾਂ ਪਾਕਿਸਤਾਨ ਦੇ ਸੀਨੀਅਰ ਜਰਨਲਿਸਟ ਔਰ ਪਾਕਿਸਤਾਨ ਪੰਜਾਬ ਦੇ ਫਾਰਮਰ ਸੀਐਮ ਨਜ਼ਮ ਸੇਠੀ ਨੇ ਵੀ ਇੱਕ ਟੀਵੀ ਡਿਸਕਸ਼ਨ ਵਿੱਚ ਹਿੰਦੂ ਗਰਲਸ ਕਨਵਰਸ਼ਨ ਦੇ ਇਸ਼ੂ ਨੂੰ ਰੇਜ਼ ਕੀਤਾ ਸੀ। दरअसल इस किस्म के जो केसेस होते हैं ये 90% लड़की को उठा लिया जाता है। अच्छा, उसको कानून के तहत उसको जल्दी से बिस्मिल्लाह रहमान रहीम मैं मुसलमान हूँ करवा के फिर कलमा पढ़वा के और उसके बाद जिनसी ज्यादती की जाती है। वो उसको ये कहा जाता है कि तुमसे शादी हो गई है, तुम मुसलमान बन गई हो, शादी हो गई है। और उसके बाद ताकि इनको फिर हाथ ना कोई लगा सके ये कहा जाए ये तो खुद आई है और ये कन्वर्ट हो गई है, बीवी है जी, अब मेरी बीवी है। इससे ज्यादा वो अदालतें और पुलिस वो बड़े सिंपैथेटिक होते हैं कि जी किसी एक देरिये को या एक इनफिडल को आपने मुसलमान बना दिया, इससे ज्यादा क्या आपको जन्नत नसीब होगी क्या। ਹੁਣ ਸਵਾਲ ਇਹ ਹੈ ਕਿ ਜੇ ਪਾਕਿस्तान ਦੇ ਆਪਣੇ ਇਨਫਲੂਐਂਸ਼ੀਅਲ ਵੌਇਸਿਸ ਇਹ ਇਸ਼ੂ ਹਾਈਲਾਈਟ ਕਰ ਰਹੇ ਨੇ ਤੇ ਫਿਰ ਕੰਕਰੀਟ ਐਕਸ਼ਨ ਕਿਉਂ ਨਹੀਂ ਦਿਖਦਾ। ਹਿਊਮਨ ਰਾਈਟਸ ਕਮਿਸ਼ਨ ਆਫ ਪਾਕਿस्तान, UN ਐਕਸਪਰਟਸ ਔਰ ਇੰਟਰਨੈਸ਼ਨਲ ਆਬਜ਼ਰਵਰ ਵੀ ਮਾਈਨੋਰਿਟੀ ਗਰਲਸ ਦੇ ਕੋਹਰਸਿਵ ਕਨਵਰਜਨ ਤੇ ਕੰਸਰਨ ਜਤਾ ਚੁੱਕੇ ਨੇ। ਪਾਕਿस्तान ਸਿੰਧ ਦੇ ਡਿਸਟ੍ਰਿਕਟ ਘੋਟਕੀ, ਉਮਰਕੋਟ, ਥਾਪਰਕਰ ਵਾਰ ਡਿਸਕਸ਼ਨ ਵਿੱਚ ਆਉਂਦੇ ਨੇ। ਔਰ ਓਨੈਸਟਲੀ ਇਹ ਸਿਰਫ ਰਿਲੀਜਨ ਦਾ ਇਸ਼ੂ ਨਹੀਂ ਹੈ, ਇਹ ਡਿਗਨਿਟੀ, ਫਰੀडम ਔਰ ਟਰਸਟ ਦਾ ਇਸ਼ੂ ਹੈ। ਕਿਉਂਕਿ ਕਿਸੇ ਵੀ ਸੋਸਾਇਟੀ ਦੀ ਮੈਚੋਰਿਟੀ ਇਹ ਨਹੀਂ ਹੁੰਦੀ ਕਿ ਉੱਥੇ ਮੈਜੋਰਿਟੀ ਕਿੰਨੀ ਪਾਵਰਫੁਲ ਹੈ। ਰੀਅਲ ਮੈਚੋਰਿਟੀ ਇਹ ਹੁੰਦੀ ਹੈ ਕਿ ਮਾਈਨੋਰਿਟੀ ਕਿੰਨੀ ਸਿਕਿਉਰ ਫੀਲ ਕਰਦੀ ਹੈ। ਦੁੱਖ ਦੀ ਗੱਲ ਇਹ ਵੀ ਹੈ ਕਿ ਕਈ ਆਰਗੇਨਾਈਜੇਸ਼ਨਸ, ਜਰਨਲਿਸਟ ਸਾਲਾਂ ਬੱਧੀ ਇਸ ਇਸ਼ੂ ਨੂੰ ਰੇਜ਼ ਕਰ ਰਹੇ ਨੇ। ਰਿਪੋਰਟਸ ਪਬਲਿਸ਼ ਹੁੰਦੀਆਂ ਨੇ, ਟੀਵੀ ਡਿਬੇਟਸ ਹੁੰਦੀਆਂ ਨੇ, ਹੈਸ਼ਟੈਗ ਟ੍ਰੈਂਡ ਹੁੰਦੇ ਨੇ, ਪਰ ਗਰਾਊਂਡ 'ਤੇ ਵਿਕਟਮਸ ਦੀਆਂ ਫੈਮਲੀਆਂ ਅਕਸਰ ਜਸਟਿਸ ਲਈ ਸੜਕਾਂ ਦੇ ਉੱਤੇ ਸਟਰਗਲ ਕਰਦੇ ਦਿਖਾਈ ਦਿੰਦੇ ਨੇ। ਉਹ ਪੰਜਾਬੀ ਵਿੱਚ ਕਹਾਵਤ ਹੈ, ਜੇ ਘਰ ਦੀਆਂ ਕੰਧਾਂ ਡਿੱਗਣ ਲੱਗ ਪੈਣ ਤਾਂ ਦਰਵਾਜ਼ਿਆਂ 'ਤੇ ਤਾਲਾ ਲਾਉਣ ਦਾ ਕੀ ਫਾਇਦਾ। ਹੁਣ ਇੱਥੇ ਇੱਕ ਇੰਪੋਰਟੈਂਟ ਗੱਲ ਵੀ ਕਲੀਅਰ ਕਰਨੀ ਬਹੁਤ ਜ਼ਰੂਰੀ ਹੈ। ਪਾਕਿस्तान ਦੇ ਹਰ ਮੁਸਲਿਮ ਜਾਂ ਹਰ ਸਿਟੀਜ਼ਨ ਨੂੰ ਇਸ ਮੈਂਟੈਲਿਟੀ ਦੇ ਨਾਲ ਕਲੱਬ ਨਹੀਂ ਕੀਤਾ ਜਾ ਸਕਦਾ। ਉੱਥੇ ਵੀ ਲਿਬਰਲ ਵੌਇਸਿਸ, ਸਿਵਲ ਸੁਸਾਇਟੀਜ਼, ਐਕਟਿਵਿਸਟ ਅਤੇ ਆਰਡੀਨਰੀ ਪਾਕਿਸਤਾਨੀ ਇਸ ਇਸ਼ੂ ਦੇ ਅੱਗੇ ਸਟੈਂਡ ਲੈਂਦੇ ਨੇ। ਪਰ ਗਵਰਨੈਂਸ ਦਾ ਕੁਐਸਚਨ ਤਾਂ ਰਹਿੰਦਾ ਹੀ ਹੈ। ਹੁਣ ਤੁਸੀਂ ਦੱਸੋ ਕਿ ਮਾਈਨੋਰਿਟੀ ਸੇਫਟੀ ਕਿਸੇ ਵੀ ਡੈਮੋਕ੍ਰੇਸੀ ਦਾ ਰੀਅਲ ਟੈਸਟ ਨਹੀਂ ਹੁੰਦੀ ਕਿ ਸਾਊਥ ਏਸ਼ੀਆ ਵਿੱਚ ਮਾਈਨੋਰਿਟੀ ਦਾ ਟਰਸਟ ਬਿਲਡ ਕਰਨਾ ਸਭ ਤੋਂ ਵੱਡਾ ਚੈਲੰਜ ਹੈ। ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੇਣਾ। ਮੈਂ ਹਾਂ ਰਵਿੰਦਰ ਸਿੰਘ ਰॉबिन। ਮਿਲਦੇ ਹਾਂ ਅਗਲੇ ਵਲੌਗ 'ਚ ਨਵੇਂ ਟੌਪਿਕ ਦੇ ਨਾਲ। ਤਦ ਤੱਕ ਰੱਬ ਰਾਖਾ।